ਤੇ ਸਾਨੂੰ ਬਹੁਤ ਮਾਣ ਮਹਿਸੂਸ ਹੋਇਆ ਜੀ। ਹਾਂਜੀ, ਟਰੈਕਟਰ ਤਿਆਰ ਕੀਤਾ ਸਾਡਾ। ਟਰੈਕਟਰ ਦਾ ਜਿਹੜਾ ਟੋਟਲ ਬਜਟ ਇਨਕਲੂਡਿੰਗ ਮਕੈਨੀਕਲ ਸੀਗਾ ਜੀ 3,66,344 ਰੁਪਏ ਸੀ ਜੀ। ਜਿੰਨਾ ਵੀ ਅਸੀਂ ਕੰਮ ਕਰਦੇ ਹਾਂ ਜੀ ਆਪਣੇ ਇੱਥੇ PB7 ਤੇ ਅਸੀਂ ਬਹੁਤ ਜ਼ਿਆਦਾ ਟਰਾਂਸਪੇਰੈਂਟ ਰੱਖਦੇ ਹਾਂ। ਹਰੇਕ ਚੀਜ਼ ਦਾ ਤੁਹਾਨੂੰ ਇੱਕ ਆਈਟਮਾਈਜ਼ਡ ਸਟੇਟਮੈਂਟ ਮਿਲੂਗੀ ਕਿ ਤੁਹਾਡੇ ਟਰੈਕਟਰ 'ਚ ਕਿਹੜੀ ਚੀਜ਼ ਕਿੰਨੇ ਪੀਸਿਸ ਕਿੰਨੇ ਰੁਪਏ ਦਾ ਸਮਾਨ ਪਿਆ। ਸੋ ਅਮਰੀਕਾ 'ਚ ਜਿਹੜੇ ਟਰੈਕਟਰਸ ਜਾਂਦੇ ਹੁੰਦੇ ਸੀ ਉਹ ਨੀਲੇ 에ਅਰ ਕਲੀਨਰਸ ਦੇ ਨਾਲ ਜਾਂਦੇ ਹੁੰਦੇ ਸੀ। ਸੋ ਇਸ ਕਰਕੇ ਐਜ਼ ਪਰ ਦਾ ਓਨਰਸ ਰਿਕੁਆਇਰਮੈਂਟ ਅਸੀਂ ਇਹਨੂੰ ਬਲੂ ਪੇਂਟ ਕੀਤਾ। ਜਿਹੜੀ ਫਰੰਟ ਗ੍ਰਿਲ ਹੈ ਜੀ ਇਹ 100% ਓਰੀਜਨਲ ਗ੍ਰਿਲ ਹੈ ਜੀ, ਜਿਹੜੀ ਫੋਰਡ ਦੇ ਨਾਲ ਆਉਂਦੀ ਸੀ। ਐਂਡ ਇਹਦਾ ਕਲਰ ਵੀ ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਇਹਨੂੰ ਓਰੀਜਨਲ ਵਾਲਾ ਹੀ ਕਰਨ ਦੀ ਕੋਸ਼ਿਸ਼ ਕਰੀਏ, ਕਿਉਂਕਿ ਓਰੀਜਨਲ ਦੇ ਵਿੱਚ ਵੀ ਇਹ ਕਦੇ ਗ੍ਰਿਲ ਨਾ ਹੀ ਕਾਲੀ ਹੁੰਦੀ ਸੀ ਨਾ ਹੀ ਚਿੱਟੀ ਹੁੰਦੀ ਸੀ। ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਬਹੁਤ ਸੋਹਣਾ ਫੋਰਡ 3600 ਵੈਲਕਮ ਟੂ PB7 ਮੋਡੀਫਾਇਰਸ। ओरिजिनल डिटेल्स हर एक सेक्शन के अंदर डिटेलिंग प्रॉपर, कोई ऐ नहीं होगा कि बारों बार ही सिर्फ ट्रैक्टर नवा लग रहा, अंदरों भी डिटेल्ड आ। आ वाली पिन्स भी आ छोटे, आ बड़ी स्पैशल टाइप दी पिन्स असीं लाइयां ने इहदे च। ईवन जिहड़े होस क्लैंप्स ने या जिन्ने भी होस पाइप्स ने ये सारे जेन्युइन किट चों पाए ने जी ई टॉप दे। I'd rather lead than be led, I'll fill the seats as I spread with every word that I've said. ਵੈਲਕਮ ਟੂ PB7 ਮੋਡੀਫਾਇਰਸ। ਅੱਜ ਜਿਹੜਾ ਟਰੈਕਟਰ ਅਸੀਂ ਤੁਹਾਨੂੰ ਵੀਡੀਓ ਦਿਖਾਉਣ ਜਾ ਰਹੇ ਹਾਂ ਜੀ 1979 ਮਾਡਲ ਫੋਰਡ 3600 ਐਂਡ ਪ੍ਰੋਬਬਲੀ ਫਸਟ ਲੋਟਸ ਵਿੱਚ ਹੋਊਗਾ ਜਦੋਂ ਇੰਡੀਆ 'ਚ ਪ੍ਰੋਡਕਸ਼ਨ ਸ਼ੁਰੂ ਹੋਈ ਸੀ। ਇਹਨੂੰ ਅਸੀਂ ਕੰਪਲੀਟਲੀ ਰਿਸਟੋਰ ਕੀਤਾ ਇਨਕਲੂਡਿੰਗ ਆਲ ਦ ਮਕੈਨੀਕਲਸ। ਇਸ ਟਰੈਕਟਰ 'ਤੇ ਪੂਰਾ ਕੰਮ ਸਾਡੇ ਵੱਲੋਂ ਕੀਤਾ ਗਿਆ ਜੀ। ਜਦੋਂ ਟਰੈਕਟਰ ਸਾਡੇ ਕੋਲ ਆਇਆ ਸੀ ਤਾਂ ਬਹੁਤ ਜ਼ਿਆਦਾ ਖਰਾਬ ਹਾਲਤ 'ਚ ਆਇਆ ਸੀ ਐਂਡ ਹੁਣ ਅਸੀਂ ਤੁਹਾਨੂੰ ਇਹਦਾ ਕੰਪਲੀਟ ਮੇਕਓਵਰ ਫਾਈਨਲ ਹੋਣ ਤੋਂ ਬਾਅਦ ਦਿਖਾਉਂਦੇ ਹਾਂ ਕਿੱਦਾਂ ਦਾ ਹੋਇਆ। ਬੇਸਿਕ ਦੱਸ ਦਿੰਦਾ ਜੀ, ਟਰੈਕਟਰ ਦੀ ਰੈਸਟੋਰੇਸ਼ਨ ਪ੍ਰੋਸੈਸ 'ਚ ਅਸੀਂ ਸਭ ਤੋਂ ਪਹਿਲਾ ਸਟੈਪ ਹੁੰਦਾ ਸਾਡਾ ਪੇਂਟ ਰਿਮੂਵਲ, ਜਿਹਨੂੰ ਕਿ ਅਸੀਂ ਗ੍ਰਿਡ ਬਲਾਸਟਿੰਗ ਨਾਲ ਕਰਦੇ ਹਾਂ। ਐਂਡ ਉਸ ਤੋਂ ਬਾਅਦ ਹੁੰਦਾ ਜੀ ਪ੍ਰਾਈਮਿੰਗ, ਬੇਸ ਪੇਂਟ ਐਪਲੀਕੇਸ਼ਨ ਐਂਡ ਫਾਈਨਲ ਐਪਲੀਕੇਸ਼ਨ। ਐਂਡ ਉਹਦੇ ਨਾਲ ਅਸੀਂ ਬਹੁਤ ਜ਼ਿਆਦਾ ਧਿਆਨ ਰੱਖੀਦਾ ਕਿ ਜਿਹੜਾ ਟਰੈਕਟਰ ਦੇ ਵਿੱਚ ਕੋਈ ਵੀ ਡਿਟੇਲ ਅਸੀਂ ਮਿਸ ਆਊਟ ਨਾ ਕਰੀਏ, ਕੋਈ ਸੈਕਸ਼ਨ ਅਨਅਟੈਂਡਡ ਨਾ ਰਵੇ। ਸੋ ਅਸੀਂ ਤੁਹਾਨੂੰ ਹੁਣ ਸਾਰਾ ਡਿਟੇਲਸ ਵੀਡੀਓ 'ਚ ਦਿਖਾਉਣੇ ਨੈਕਸਟ ਸੈਕਸ਼ਨ ਦੇ ਵਿੱਚ ਅਸੀਂ ਕੀ ਕੀਤਾ ਇਸ ਟਰੈਕਟਰ 'ਚ। ਸੋ ਆਪਾਂ ਸਟਾਰਟ ਕਰਦੇ ਇਹਦੇ 에ਅਰ ਕਲੀਨਰ ਤੋਂ। 에ਅਰ ਕਲੀਨਰ ਨੂੰ ਅਸੀਂ ਨੀਲਾ ਰੰਗ ਇਸ ਕਰਕੇ ਕੀਤਾ ਕਿਉਂਕਿ ਓਨਰਸ ਦਾ ਮਨ ਸੀਗਾ ਕਿ ਇਹਨੂੰ ਅਮਰੀਕਨ ਸਪੈਕਸ ਵਾਲੇ ਉੱਤੇ ਤਿਆਰ ਕਰਨਾ। ਸੋ ਅਮਰੀਕਾ 'ਚ ਜਿਹੜੇ ਟਰੈਕਟਰਸ ਜਾਂਦੇ ਹੁੰਦੇ ਸੀ ਉਹ ਨੀਲੇ 에ਅਰ ਕਲੀਨਰਸ ਦੇ ਨਾਲ ਜਾਂਦੇ ਹੁੰਦੇ ਸੀ। ਸੋ ਇਸ ਕਰਕੇ ਐਜ਼ ਪਰ ਦਾ ਓਨਰਸ ਰਿਕੁਆਇਰਮੈਂਟ ਅਸੀਂ ਇਹਨੂੰ ਬਲੂ ਪੇਂਟ ਕੀਤਾ। ਐਂਡ ਉਸ ਤੋਂ ਬਾਅਦ ਆਪਾਂ ਆ ਜਾਂਦੇ ਇਹਦੀ ਫਰੰਟ ਸਾਈਡ 'ਤੇ। ਇਹਦੀ ਜਿਹੜੀ ਫਰੰਟ ਗ੍ਰਿਲ ਹੈ ਜੀ ਇਹ 100% ਓਰੀਜਨਲ ਗ੍ਰਿਲ ਹੈ ਜੀ, ਜਿਹੜੀ ਫੋਰਡ ਦੇ ਨਾਲ ਆਉਂਦੀ ਸੀ। ਐਂਡ ਇਹਦਾ ਕਲਰ ਵੀ ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਇਹਨੂੰ ਓਰੀਜਨਲ ਵਾਲਾ ਹੀ ਕਰਨ ਦੀ ਕੋਸ਼ਿਸ਼ ਕਰੀਏ, ਕਿਉਂਕਿ ਓਰੀਜਨਲ ਦੇ ਵਿੱਚ ਵੀ ਇਹ ਕਦੇ ਗ੍ਰਿਲ ਨਾ ਹੀ ਕਾਲੀ ਹੁੰਦੀ ਸੀ ਨਾ ਹੀ ਚਿੱਟੀ ਹੁੰਦੀ ਸੀ, ਇਹ ਸਿਲਵਰਿਸ਼ ਜਿਹਾ ਕਲਰ ਦੇ ਵਿੱਚ ਹੁੰਦੀ ਸੀ। ਸੋ ਅਸੀਂ ਉਹੀ ਕਲਰ ਰਿਟੇਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੈਡਲਾਈਟਸ ਇਹਦੀਆਂ ਅਸੀਂ ਫਾਰਮ ਟਰੈਕ 60 ਵਾਲੀਆਂ ਲਾਈਆਂ ਨੇ, ਬਟ ਰਾਊਂਡ ਲਾਈਆਂ ਨੇ, ਕੋਈ LED ਟਾਈਪਸ ਨਹੀਂ ਲਾਈਆਂ ਕਿਉਂਕਿ ਅਸੀਂ ਇਹਨੂੰ ਓਰੀਜਨੈਲਿਟੀ ਇਹਦੀ ਮੇਨਟੇਨ ਕਰਨਾ ਚਾਹੁੰਦੇ ਸੀ। ਟਰੈਕਟਰ ਨੂੰ ਜਿੱਦਾਂ ਦਾ ਫੈਕਟਰੀ ਤੋਂ ਆਇਆ ਸੀ ਸੇਮ ਸਪੈਕਸ 'ਤੇ ਟਰੈਕਟਰ ਰਿਸਟੋਰ ਹੋਇਆ। ਅਗੇਨ ਨਾਓ ਕਮਿੰਗ ਟੂ ਦਾ ਫਰੰਟ ਰਿਮਸ ਐਂਡ ਹਬਸ ਜਿਹੜੀਆਂ ਨੇ ਇਹ ਅਸੀਂ ਡਿਟੇਲ ਕੀਤੀਆਂ ਨੇ। ਹਬਸ ਦੇ ਬੈਰਿੰਗ ਵਗੈਰਾ ਸਾਰੇ ਜਿਹੜੇ ਆ ਉਹ ਨਵੇਂ ਪਏ ਨੇ। ਮਕੈਨੀਕਲ ਜੋਬਸ ਇਸ ਟਰੈਕਟਰ ਦੀਆਂ ਹੋਈਆਂ ਨੇ ਸਾਡੇ ਤੋਂ। ਫਰੰਟ ਦੇ ਵਿੱਚ ਅਸੀਂ 616 MRF ਦਾ ਪਲੇਨ ਰਿਬ ਟਾਇਰ ਯੂਜ਼ ਕੀਤਾ। ਪਲੇਨ ਰਿਬ ਮੇਰੀ ਪਰਸਨਲ ਲਾਈਕਿੰਗ ਵੀ ਆ ਅਤੇ ਕਲਾਸਿਕ ਟਰੈਕਟਰਸ 'ਚ ਸੋਹਣੇ ਵੀ ਲੱਗਦੇ ਨੇ। ਸੋ ਇਸ ਕਰਕੇ ਅਸੀਂ ਆਹ ਵਾਲਾ ਟਾਇਰ ਜਿਹੜਾ ਯੂਜ਼ ਕਰਦੇ ਹਾਂ। ਅਗਰ ਅਸੀਂ ਡਿਟੇਲਿੰਗ ਵਾਲੀ ਸਾਈਡ 'ਤੇ ਆ ਜਾਈਏ ਤਾਂ ਇੰਜਨ ਨੂੰ ਅਸੀਂ ਹਰ ਇੱਕ ਸੈਕਸ਼ਨ ਨੂੰ ਬਹੁਤ ਜ਼ਿਆਦਾ ਇਹਨੂੰ ਇੱਕ ਸ਼ੋਅ ਟਰੈਕਟਰ ਬਣਾਉਣ ਵਾਂਗ ਅਸੀਂ ਤਿਆਰ ਕੀਤਾ ਜੀ। ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਟਰੈਕਟਰ ਤਿਆਰ ਹੋਇਆ। ਜਿਹੜੀਆਂ ਚੀਜ਼ਾਂ ਰੂਟੀਨ 'ਚ ਖੋਲ੍ਹਣੀਆਂ ਹੁੰਦੀਆਂ ਨੇ ਸਰਵਿਸਿੰਗ ਲਈ ਉਹ ਸਾਰੀਆਂ ਨਟ ਬੋਲਟਸ ਸਾਰੀਆਂ ਚੀਜ਼ਾਂ ਗੈਲਵਨਾਈਜ਼ਡ ਨੇ। ਫਿਲਟਰ ਬੋਡੀ ਇਹਦੀ ਬਹੁਤ ਜ਼ਿਆਦਾ ਡੈਮੇਜ ਸੀਗੀ, ਸੋ ਨਵੀਂ ਪਈ ਆ। ਸਰਵਿਸਿੰਗ ਲਈ ਜਿਹੜੀ ਚੀਜ਼ਾਂ ਦੀ ਸਾਨੂੰ ਨੋਜ਼ਲਾਂ ਦੀ ਆ ਚੀਜ਼ਾਂ ਦੀ ਪਾਈਪਾਂ ਖੋਲ੍ਹਣ ਦੀ ਲੋੜ ਪੈਂਦੀ ਹੈ, ਇਸ ਕਰਕੇ ਅਸੀਂ ਉਹਨੂੰ ਗੈਲਵਨਾਈਜ਼ਡ ਹੀ ਕਰਦੇ ਹਾਂ। ਅਸੀਂ ਪੇਂਟ ਨਹੀਂ ਕਰਦੇ ਉਹਨਾਂ ਚੀਜ਼ਾਂ ਨੂੰ, ਕਿਉਂਕਿ ਅਦਰਵਾਈਜ਼ ਪੇਂਟਡ ਪੈਨਲਸ ਜਿਹੜੇ ਹੁੰਦੇ ਆ ਜਿੰਨੀ ਵਾਰ ਤੁਸੀਂ ਚਾਬੀ ਲਾਓਗੇ ਉਨੀ ਵਾਰ ਉਹਦਾ ਰੰਗ ਖਰਾਬ ਹੋ ਜਾਊਗਾ। ਸੈਲਫ ਸਟਾਰਟਰ ਨਵਾਂ ਲੱਗਿਆ ਹੋਇਆ
ਅਸੀਂ ਜਦੋਂ ਇਹਦੇ ਬੋਨਟ ਤੇ ਆ ਜਾਂਦੇ ਆ ਜੀ ਤੇ ਬੋਨਟ ਇਹਦਾ ਬਹੁਤ ਜ਼ਿਆਦਾ ਖਰਾਬ ਹਾਲਤ 'ਚ ਸੀਗਾ। ਸੋ ਅਸੀਂ ਬੋਨਟ ਨੂੰ ਕੰਪਲੀਟਲੀ ਰਿਸਟੋਰ ਕੀਤਾ ਐਂਡ ਅਸੀਂ ਬਹੁਤ ਸੋਹਣੀ ਇੱਕ ਫਿਨਿਸ਼ ਅਚੀਵ ਕਰ ਪਾਏ ਆ ਜੋ ਕਿ ਬਹੁਤ ਜ਼ਿਆਦਾ ਕ੍ਰਿਸਟਲ ਕਲੀਅਰ ਐਂਡ ਸੁਪਰ ਹਾਈ ਗਲੋਸ ਦੇ ਵਿੱਚ ਆਈ ਆ। ਸਟਿੱਕਰਸ ਅਸੀਂ ਇਹਦੇ ਰੇਡੀਅਮ 'ਚ ਬਣਵਾਏ ਨੇ, ਫਾਰਮ ਟਰੈਕ ਇਹਦੇ ਫੋਰਡ 3600 ਵਾਲੇ। ਇਸ ਮਾਡਲ ਦੇ ਵਿੱਚ RVM ਨਹੀਂ ਸੀ ਆਉਂਦਾ ਹੁੰਦਾ, ਸੋ ਓਰੀਜਨਲ RVM ਈ ਟੌਪ ਦਾ ਲੱਗਿਆ ਹੋਇਆ ਇਹਨੂੰ। ਤੁਹਾਨੂੰ ਮੈਂ ਬੋਨਟ ਚੱਕ ਕੇ ਵੀ ਦਿਖਾਉਣਾ ਜੀ। ਹੁਣ ਜਿੰਨਾ ਟਰੈਕਟਰ ਬਾਹਰੋਂ ਡਿਟੇਲਡ ਆ ਉਨਾ ਹੀ ਟਰੈਕਟਰ ਅੰਦਰੋਂ ਵੀ ਡਿਟੇਲਡ ਹੋਊਗਾ ਜੀ। ਜਿਹੜੇ ਇੱਥੇ ਐਕਚੁਅਲੀ ਵਿਨ ਪਲੇਟ ਹੁੰਦੀ ਹੈ, ਬਟ ਇਹ ਸਾਡੀ ਆਪਣੀ PB7 ਮੋਡੀਫਿਕੇਸ਼ਨ ਦੀ ਬਣੀ ਹੋਈ ਹੈ, ਸੋ ਇਸ ਕਰਕੇ ਅਸੀਂ ਆ ਲਾਤਾ। ਅਦਰਵਾਈਜ਼ ਇੱਥੇ ਵਿਨ ਪਲੇਟ ਹੁੰਦੀ ਹੈ ਜਿਹਦੇ 'ਤੇ ਚੈਸੀ ਨੰਬਰ ਤੇ ਇੰਜਨ ਨੰਬਰ ਮੈਂਸ਼ਨ ਹੁੰਦਾ। ਆ ਓਰੀਜਨਲ ਡੀਕੈਲਸ, ਹਰ ਇੱਕ ਸੈਕਸ਼ਨ ਦੇ ਅੰਦਰ ਡਿਟੇਲਿੰਗ ਪ੍ਰੋਪਰ। ਕੋਈ ਐ ਨਹੀਂ ਹੋਗਾ ਕਿ ਬਾਹਰੋਂ ਬਾਹਰ ਹੀ ਸਿਰਫ ਟਰੈਕਟਰ ਨਵਾਂ ਲੱਗ ਰਿਹਾ, ਅੰਦਰੋਂ ਵੀ ਡਿਟੇਲਡ ਆ। ਆਹ ਵਾਲੀਆਂ ਪਿੰਸ ਵੀ ਆ ਛੋਟੇ, ਆ ਬੜੀ ਸਪੈਸ਼ਲ ਟਾਈਪ ਦੀਆਂ ਪਿੰਸ ਅਸੀਂ ਲਾਈਆਂ ਨੇ ਇਹਦੇ 'ਚ। ਈਵਨ ਜਿਹੜੇ ਹੋਸ ਕਲੈਂਪਸ ਨੇ ਜਾਂ ਜਿੰਨੇ ਵੀ ਹੋਸ ਪਾਈਪਸ ਨੇ ਇਹ ਸਾਰੇ ਜੈਨੂਇਨ ਕਿੱਟ 'ਚੋਂ ਪਾਏ ਨੇ ਜੀ ਈ ਟੌਪ ਦੇ। ਰੇਡੀਏਟਰ ਇਸ ਟਰੈਕਟਰ ਨੂੰ ਅਸੀਂ ਰਿਪਲੇਸ ਕੀਤਾ ਵਿਦ ਅ ਕਾਪਰ ਰੇਡੀਏਟਰ। ਕਾਪਰ ਦਾ ਰੇਡੀਏਟਰ ਲੱਗਿਆ ਹੋਇਆ ਜੀ ਬੈਂਕੋ ਦਾ ਇਹਦੇ 'ਚ। ਅੱਜ ਕੱਲ੍ਹ ਕਾਸਟ ਕਟਿੰਗ ਲਈ ਲੋਕ ਮਤਲਬ ਓਨਰਸ ਵੀ ਪ੍ਰੈਫਰ ਕਰਦੇ ਹੁੰਦੇ ਬਹੁਤ ਸਾਰੇ ਕਿ ਅਸੀਂ ਐਲੂਮੀਨੀਅਮ ਦਾ ਲਾ ਲਈਏ, ਪਰ ਇਸ ਕੇਸ 'ਚ ਓਨਰਸ ਨੇ ਚਾਹਿਆ ਸੀ ਕਿ ਅਸੀਂ ਕਾਪਰ ਦਾ ਹੀ ਲਾਉਣਾ। ਹੁੱਡ ਲੈਚਸ ਓਰੀਜਨਲ ਨੇ ਜੀ ਐਂਡ ਨਵੀਆਂ ਨੇ। ਪਹਿਲਾਂ ਇੱਥੇ ਰਿਵੇਟਸ ਆਉਂਦੀਆਂ ਹੁੰਦੀਆਂ ਸੀ ਪੁਰਾਣੇ ਵਾਲੇ ਮਾਡਲਸ, ਪਰ ਬਾਅਦ ਵਾਲਿਆਂ 'ਚ ਜਿਹੜੀਆਂ ਹੁਣ ਅੱਜ ਕੱਲ੍ਹ ਆ ਰਹੀਆਂ ਨੇ ਉਹ ਨਟ ਬੋਲਟਸ ਹੀ ਆ ਰਹੇ, ਸੋ ਅਸੀਂ ਨਟ ਬੋਲਟਸ ਲਾਉਣੇ ਹੀ ਪ੍ਰੈਫਰ ਕੀਤੇ ਜੋ ਬਣੀ ਬਣਾਈ ਕਿੱਟ ਦੇ ਵਿੱਚ ਆਉਂਦਾ ਨਾਲ। ਹੁਣ ਅਸੀਂ ਦੁਬਾਰਾ ਫਿਰ ਉਹੀ ਚੀਜ਼ ਕਾਸਟਿੰਗਸ 'ਤੇ ਕਿਤੇ ਵੀ ਕੋਈ ਪੁੱਟੀ ਨਹੀਂ ਲੱਗੀ, ਬਟ ਫਿਨਿਸ਼ ਬਹੁਤ ਸੋਹਣੀ ਆਈ ਹੈ ਜੀ, ਤੁਸੀਂ ਦੇਖ ਸਕਦੇ ਹਾਂ। ਮੈਂ ਇਸ ਚੀਜ਼ ਨੂੰ ਬਹੁਤ ਸਟਰੋਂਗਲੀ ਸੁਜੈਸਟ ਕਰੂੰਗਾ ਸਾਰਿਆਂ ਨੂੰ ਕਿ ਆਪਣੀਆਂ ਢਲਾਈਆਂ 'ਤੇ ਪੁੱਟੀ ਨਾ ਲਵਾਇਆ ਕਰੋ, ਕਿਉਂਕਿ ਪੁੱਟੀ ਜਿਹੜੀ ਆ ਉਹ ਅਲਟੀਮੇਟਲੀ ਉਖੜ ਜਾਣੀ ਹੈ ਜੀ। ਸਾਰਿਆਂ ਨੂੰ ਹੁੰਦਾ ਕਿ ਸਾਡੇ ਜਿਹੜੀ ਆ ਢਲਾਈਆਂ 'ਤੇ ਵੀ ਬੋਨਟ ਵਰਗੀ ਫਿਨਿਸ਼ ਆਵੇ, ਪਰ ਉਹ ਐਕਚੁਅਲੀ ਠੀਕ ਚੀਜ਼ ਨਹੀਂ ਆ। ਮੈਂ ਹਰ ਵੀਡੀਓ 'ਚ ਕਹਿੰਦਾ ਅਤੇ ਮੈਨੂੰ ਲੱਗਦਾ ਹੁੰਦਾ ਵੀ ਮੈਂ ਹਰ ਵਾਰੀ ਇਹ ਸ਼ੇਅਰ ਕਰਾਂ ਜ਼ਰੂਰ ਗੱਲ। ਫੈਕਟਰੀ ਤੋਂ ਵੀ ਕਦੇ ਵੀ ਪੁੱਟੀ ਲੱਗ ਕੇ ਨਹੀਂ ਆਈ, ਔਰ ਨਾ ਹੀ ਜਿਹੜੇ ਵਰਲਡ ਵਾਈਡ ਜਿਹੜੇ ਸ਼ੋਅ ਟਰੈਕਟਰ ਸ਼ੋਅਜ਼ ਹੁੰਦੇ ਨੇ ਉਹਨਾਂ ਜਿਹੜੇ ਟਰੈਕਟਰ ਜਾਂਦੇ ਉਹਨਾਂ ਦੇ ਵਿੱਚ ਵੀ ਕਿਤੇ ਪੁੱਟੀ ਨਹੀਂ ਲੱਗੀ ਹੁੰਦੀ। ਮਡ ਗਾਰਡਸ ਨਵੇਂ ਲੱਗੇ ਨੇ ਜੀ, ਰਿਪਲੇਸ ਹੋਏ ਨੇ ਇਹਦੇ 'ਚ ਐਂਡ ਬਹੁਤ ਜ਼ਿਆਦਾ ਖ਼ਰਾਬ ਹਾਲਤ ਸੀਗੇ। ਪਿਛਲੇ ਵਾਲੇ ਬਹੁਤ ਜ਼ਿਆਦਾ ਗਲੇ ਹੋਏ ਸੀ, ਉਹ ਰਿਪੇਅਰ ਨਹੀਂ ਹੋ ਸਕਦੇ ਸੀ, ਸੋ ਅਸੀਂ ਮਡ ਗਾਰਡਸ ਜਿਹੜੇ ਰਿਪਲੇਸ ਕਰਤੇ ਇਹਦੇ। ਐਂਡ ਵਾਈਲ ਫਿਟਿੰਗ ਆਲਸੋ ਅਸੀਂ ਧਿਆਨ ਰੱਖਿਆ ਕਿ ਕੋਈ ਵੀ ਚੀਜ਼ ਜਿਵੇਂ ਆ ਛੋਟੀ ਜਿਹੀ ਇੱਥੇ ਰਬਰ ਹੁੰਦੀ ਹੈ ਜੀ, ਰਬਰ ਦੀ ਐਂਡ ਕੈਪ ਹੁੰਦਾ, ਇਹ ਵੀ ਅਸੀਂ ਨਾਲ ਲਾਇਆ ਤਾਂ ਕਿ ਇਹ ਵੀ ਅਸੀਂ ਚੀਜ਼ ਛੱਡੀਏ ਨਾ। ਸੋ ਵੀ ਟਰਾਈ ਔਰ ਬੈਸਟ ਕਿ ਅਸੀਂ ਕੋਈ ਚੀਜ਼ ਮਿਸ ਆਊਟ ਨਾ ਕਰੀਏ ਕਿਸੇ ਵੀ ਤਰੀਕੇ ਨਾਲ। ਲਾਈਟਸ ਜਿਹੜੀਆਂ ਸਾਰੀਆਂ ਇਹਦੀਆਂ ਹਾਈਲਕਸ ਦੀਆਂ ਓਰੀਜਨਲ ਲੱਗੀਆਂ ਹੋਈਆਂ ਨੇ ਜੀ। ਅੱਜ ਕੱਲ੍ਹ ਹਾਈਲਕਸ ਦੀਆਂ ਆ ਰਹੀਆਂ ਨੇ ਫਾਰਮ ਟਰੈਕ ਦੇ ਨਾਲ, ਸੋ ਹਾਈਲਕਸ ਦੀਆਂ ਲਾਈਟਸ ਲੱਗੀਆਂ ਨੇ। ਐਂਡ ਪਲੋ ਲੈਂਪ ਅਗੇਨ ਸਾਡੇ ਟਰੈਕਟਰਸ ਨੂੰ ਨੀਲਾ ਹੁੰਦਾ ਜੀ ਜਿੰਨੇ ਅਸੀਂ ਰਿਸਟੋਰ ਕਰਦੇ ਹਾਂ, ਸੋ ਅਸੀਂ ਉਹ ਵੀ ਨੀਲਾ ਹੀ ਲਾਇਆ ਜੀ ਇਸ ਟਰੈਕਟਰ 'ਚ ਵੀ। ਸਾਰੇ ਓਰੀਜਨਲ ਮੋਨੋਗ੍ਰਾਮਸ ਲੱਗੇ ਹੋਏ ਨੇ। ਸੀਟ ਇਸ ਟਰੈਕਟਰ ਦੀ ਪੁਰਾਣੀ ਹੀ ਹੈ ਜੀ, ਅਸੀਂ ਸੀਟ ਉਹੀ ਰੱਖੀ ਹੈ, ਸੀਟ ਅਸੀਂ ਚੇਂਜ ਨਹੀਂ ਕੀਤੀ ਆ। ਸੋ ਇਹਦੇ 'ਚ ਸਿਰਫ ਅਸੀਂ ਆ ਵਾਰਨਿੰਗ ਟਰਾਇੰਗਲ ਜਿਹੜਾ ਹੈਜ਼ਰਡ ਵਾਰਨਿੰਗ ਟਰਾਇੰਗਲ ਉਹ ਐਡ ਕੀਤਾ, ਉਹਦੀ ਛੋਟੀ ਇੱਕ ਬ੍ਰੈਕਟ ਫੈਬਰੀਕੇਟ ਕਰਕੇ। ਪਿਛਲੇ ਹਿੱਸੇ ਦੇ ਵੀ ਆ ਰੌਕਰ ਨਵੇਂ ਮਾਡਲ ਦਾ ਲੱਗਿਆ ਹੋਇਆ ਜੀ ਇਹਦੇ 'ਚ। ਇਹਨੂੰ ਹੁਣ ਫਾਰਮ ਟਰੈਕ 60 ਦੇ ਲੇਟੈਸਟ ਮਾਡਲ ਵਾਲਾ ਲੱਗਿਆ ਹੋਇਆ, ਸੋ ਇਹਦੀ ਟੌਪ ਲਿੰਕ ਵੀ ਉਹੀ ਲੱਗੂਗੀ। ਅਗੇਨ ਆ ਜਿਹੜੀਆਂ ਚੀਜ਼ਾਂ ਨੇ ਹੁਣ ਜਿਵੇਂ ਆਇਲ ਫਿਲਿੰਗ ਜਿਹੜੇ ਪਲੱਗਸ ਨੇ ਇਹ ਸਭ ਨਵੇਂ ਐਂਡ ਡੀਟੇਲਡ। ਇਧਰਲੇ ਪਾਸੇ ਚੈੱਕ ਚੇਨਸ ਵਗੈਰਾ ਸਾਰੀਆਂ ਚੀਜ਼ਾਂ ਆ ਡੀਟੇਲ ਕਰਕੇ ਅਸੀਂ ਹਾਈਲਾਈਟ ਕਰੀ ਦੀਆਂ। ਬੇਸਿਕਲੀ ਇਹ ਚੀਜ਼ਾਂ ਸਾਰੀਆਂ ਟਰੈਕਟਰ ਦੀ ਬਿਊਟੀ 'ਚ ਐਡ ਕਰਦੀਆਂ ਨੇ। ਐਂਡ ਅਗਰ ਅਸੀਂ ਇਹ ਚੀਜ਼ਾਂ ਨੂੰ ਵਿੱਚ ਹੀ ਪੇਂਟ ਕਰਨਾ ਹੋਵੇ ਤਾਂ ਸਾਡੇ ਲਈ ਬਹੁਤ ਜ਼ਿਆਦਾ ਈਜ਼ੀ ਹੋ ਜਾਊਗਾ, ਕਿਉਂਕਿ ਇਹੀ ਚੀਜ਼ਾਂ ਨੇ ਜਿਹੜੀਆਂ ਟਾਈਮ ਕੰਜ਼ਿਊਮ ਕਰਦੀਆਂ ਨੇ ਅਤੇ ਜਿਨ੍ਹਾਂ 'ਤੇ ਐਫਰਟਸ ਲੱਗਦੇ ਨੇ। ਅਦਰਵਾਈਜ਼ ਵੱਜਿਆ ਬਜਾਇਆ ਟਰੈਕਟਰ ਦਾ ਪੇਂਟ ਕਰਨਾ ਇਜ਼ ਵੈਰੀ ਈਜ਼ੀ। ਹੁਣ ਮੰਨ ਲਓ ਜੇ ਨੋਜ਼ਲ ਪਾਈਪਾਂ ਜਾਂ ਫਿਲਟਰ ਬੋਡੀਆਂ ਅਸੀਂ ਵਿੱਚ ਹੀ ਪੇਂਟ ਕਰਨੀਆਂ ਹੁਣ ਤਾਂ ਅਸੀਂ ਤਾਂ ਸ਼ਾਇਦ 15 ਦਿਨ 'ਚ ਟਰੈਕਟਰ ਡਿਲੀਵਰ ਕਰ ਦਈਏ, ਪਰ ਕਿਉਂਕਿ ਆਹ ਚੀਜ਼ਾਂ ਦੀਆਂ ਬਰੀਕੀਆਂ ਹੁੰਦੀਆਂ ਨੇ ਇਹ ਚੀਜ਼ਾਂ ਸਾਨੂੰ ਦੇਖਣੀਆਂ ਪੈਂਦੀਆਂ ਨੇ। ਇੱਦਾਂ ਹੀ ਇਹਦਾ ਟੂਲ ਬਾਕਸ ਨਵਾਂ ਲੱਗਿਆ ਹੋਇਆ ਜੀ, ਇਹ ਵੀ ਓਰੀਜਨਲ ਆ ਜੀ ਟੂਲ ਬਾਕਸ। ਆ ਜਿਹੜਾ ਜੈਕ ਹੈ ਇੱਧਰਲੀ ਸਾਈਡ ਵਾਲਾ ਯੋਕ ਸਾਈਡ ਇਹ ਵੀ ਨਵਾਂ ਲੱਗਿਆ ਹੋਇਆ ਜੀ ਓਰੀਜਨਲ। ਈ ਟੌਪ ਦਾ ਸਾਰਾ ਸਮਾਨ ਯੂਜ਼ ਹੋਇਆ, ਸਟੈਂਪਿੰਗ ਹੋਈਆਂ ਹੋਈਆਂ, ਲਿੰਕਾਂ ਨਵੀਆਂ ਪਈਆਂ, ਸਕਾਟਸ ਦੀਆਂ ਸਟੈਂਪਿੰਗ ਨੇ ਇਹਦੇ 'ਤੇ। ਅਸੀਂ ਕੋਈ ਵੀ ਆਪਣੀ ਟਰੈਕਟਰ ਰੈਸਟੋਰੇਸ਼ਨ ਦੇ ਵਿੱਚ ਦੇਸੀ ਸਮਾਨ ਨਹੀਂ ਯੂਜ਼ ਕਰਦੇ, ਬਿਲਕੁਲ ਵੀ ਕੋਈ ਆਫਟਰ ਮਾਰਕੀਟ ਸਮਾਨ ਯੂਜ਼ ਨਹੀਂ ਮਿਲੂਗਾ ਤੁਹਾਨੂੰ ਸਾਡੇ ਟਰੈਕਟਰ 'ਚ। ਜੋ ਵੀ ਸਮਾਨ ਲੱਗਿਆ ਹੋਊਗਾ ਸਭ ਕੁਝ ਬ੍ਰਾਂਡਡ ਓਰੀਜਨਲ ਹੋਏਗਾ ਜੀ। ਆ ਸਾਡਾ PB7 ਮੋਡੀਫਾਇਰਸ ਦਾ ਮੋਨੋਗ੍ਰਾਮ। ਸੋ ਨਾਓ
ਅਗੇਨ ਕਮਿੰਗ ਟੂ ਦ ਰਿਮਸ, ਇਹਦੇ ਟਾਇਰ ਨਵੇਂ ਪਏ ਨੇ ਜੀ, ਅਪੋਲੋ ਕ੍ਰਿਸ਼ਿਕ ਪ੍ਰੀਮੀਅਮ, ਕ੍ਰਿਸ਼ਿਕ ਗੋਲਡ ਸੌਰੀ, ਐਂਡ ਰਿਮਸ ਪੁਰਾਣੇ ਹੀ ਨੇ, ਉਹਨਾਂ ਨੂੰ ਹੀ ਅਸੀਂ ਡਿਟੇਲ ਕੀਤਾ ਜੀ। ਰਿਮਸ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਇਸ ਟਰੈਕਟਰ ਦੀ, ਬਟ ਥੋੜ੍ਹਾ ਜਿਹਾ ਕੋਸਟ ਇਫੈਕਟਿਵ ਵੀ ਬਣਾਉਣਾ ਪੈਂਦਾ ਚੀਜ਼ਾਂ ਨੂੰ, ਅਦਰਵਾਈਜ਼ ਕੋਸਟਿੰਗ ਬਹੁਤ ਵੱਧ ਜਾਂਦੀ ਹੈ ਜੀ ਰੈਸਟੋਰੇਸ਼ਨ ਦੀ। ਸੋ ਪੁਰਾਣੇ ਰਿਮਸ ਹੀ ਅਸੀਂ ਰਿਪੇਅਰ ਕੀਤੇ ਨੇ, ਨਟ ਬੋਲਟਸ ਨਵੇਂ ਪਏ ਨੇ। ਇੱਕ ਹੋਰ ਤੁਹਾਨੂੰ ਦੱਸਦਾ ਜੀ, ਜਿੰਨੇ ਗੈਲਵਨਾਈਜ਼ਿੰਗ ਦਾ ਵੀ ਇੱਕ ਬੜਾ ਇਹਦੇ 'ਚ ਇੱਕ ਤੁਹਾਨੂੰ ਦੱਸਣ ਵਾਲੀ ਗੱਲ ਹੈ ਕਿ ਫੋਰਡ ਦੇ ਅਤੇ ਮੈਸੀ ਦੇ ਨਾ ਜੀ ਅੱਧੇ ਨਟ ਬੋਲਟ ਕੋਈ ਪੀਲੇ ਆਉਂਦੇ, ਕੋਈ ਚਿੱਟੇ ਆਉਂਦੇ ਆ। ਸੋ ਯੂਨੀਫਾਰਮਿਟੀ ਮੇਨਟੇਨ ਕਰਨ ਨੂੰ ਸਾਨੂੰ ਸਾਰਿਆਂ ਨੂੰ ਇੱਕੋ ਹੀ ਕਲਰ ਕਰਾਉਣਾ ਪੈਂਦਾ, ਜੋ ਕਿ ਅਸੀਂ ਚੂਜ਼ ਕੀਤਾ, ਅਸੀਂ ਵਾਈਟ ਕਲਰ ਕਰਾਉਂਦੇ ਹਾਂ, ਵਾਈਟ ਕਲਰ ਦੀ ਜ਼ਿੰਕ ਕੋਟਿੰਗ ਕਰਾਉਂਦੇ ਹਾਂ। ਇਹ ਵੀ ਆਪਣੇ ਆਪ 'ਚ ਬਹੁਤ ਟਾਈਮ ਕੰਜ਼ਿਊਮਿੰਗ ਚੀਜ਼ ਹੁੰਦੀ ਹੈ। ਪਹਿਲਾਂ ਤੁਸੀਂ ਸਾਰੀਆਂ ਚੀਜ਼ਾਂ ਨੂੰ ਸੌਰਟ ਆਊਟ ਕਰਦੇ ਆ, ਉਹਦੇ 'ਚੋਂ ਜਿਨ੍ਹਾਂ ਦੇ ਕਲਰ ਚੇਂਜ ਕਰਾਉਣੇ ਹੁੰਦੇ, 골ਡਨ ਟੂ ਵਾਈਟ ਕਰਾਉਣੇ ਹੁੰਦੇ ਆ, ਉਹ ਚੀਜ਼ਾਂ ਸੈਗਰੀਗੇਸ਼ਨ ਹੁੰਦੀ ਸਾਰੀ। ਸਾਡੀਆਂ ਇਹਨਾਂ ਚੀਜ਼ਾਂ 'ਤੇ ਬਹੁਤ ਟਾਈਮ ਲੱਗਦਾ, ਬਹੁਤ ਬੰਦਿਆਂ ਦੇ ਬਹੁਤ ਸਾਰੇ ਮੈਨ ਆਵਰਸ ਲੱਗਦੇ ਨੇ, ਜਿਹਦੇ ਕਰਕੇ ਸਾਨੂੰ ਟਰੈਕਟਰ ਨੂੰ ਤਿਆਰ ਕਰਨ 'ਚ ਟਾਈਮ ਲੱਗਦਾ। ਇੱਧਰਲੀ ਸਾਈਡ 'ਤੇ ਆ ਜਾਈਏ ਤਾਂ ਜੀ ਆਹ ਵਾਲਾ ਫੁੱਟਰੈਸਟ ਜਿਹੜਾ ਇਹ ਨਵੇਂ ਟਾਈਪ ਦੇ ਟਰੈਕਟਰਸ ਨੂੰ ਆ ਰਿਹਾ, ਅਸੀਂ ਇਹਦੇ 'ਚ ਐਡ ਕੀਤਾ। ਜਿਹੜੇ ਇਹਦੇ ਦੋਨੋਂ ਫੁੱਟਰੈਸਟ ਓਰੀਜਨਲ ਹੀ ਨੇ, ਮਤਲਬ ਓਰੀਜਨਲ ਕੰਡੀਸ਼ਨ, ਉਹ ਓਰੀਜਨਲ ਸਪੈਕਸ ਦੇ ਹੀ ਨੇ ਪਰ ਨਵੇਂ ਨੇ। ਇੱਦਾਂ ਹੀ ਇਹਦੇ ਕਲਚ ਪੈਡਲ ਅਤੇ ਬ੍ਰੇਕ ਪੈਡਲਸ ਵੀ ਨਵੇਂ ਨੇ। ਓਰੀਜਨਲ ਸਕਾਟਸ ਦਾ ਚਾਬੀਆਂ ਦਾ ਅਤੇ ਸਾਰੇ ਨਟ ਬੋਲਟਸ ਦਾ ਸੈੱਟ ਅਸੀਂ ਲਾਇਆ ਇਸ ਟਰੈਕਟਰ 'ਚ। ਅਤੇ ਇੱਧਰੋਂ ਜਿਹੜਾ ਫਿਊਲ ਕੈਪ ਆ ਜੀ, ਇਹ ਵੀ ਓਰੀਜਨਲ ਹੈ ਜੀ। ਈਵਨ ਸਲੈਂਸਰ ਜਿਹੜਾ ਈ-ਟੌਪ ਦੀ ਸਟੈਂਪਿੰਗ, ਇਹ ਵੀ ਓਰੀਜਨਲ ਲੱਗਿਆ ਹੋਇਆ ਜੀ। ਐਂਡ ਇੱਧਰਲੀ ਸਾਈਡ 'ਤੇ ਵੀ ਅਸੀਂ ਆ ਜਾਈਏ ਤਾਂ ਜਿੰਨੀਆਂ ਚੀਜ਼ਾਂ ਅਸੀਂ ਡਿਟੇਲ ਕਰ ਸਕਦੇ ਸੀ ਜਾਂ ਹਾਈਲਾਈਟ ਕਰ ਸਕਦੇ ਸੀ, ਜਿਵੇਂ ਆਹ ਵਾਲੇ ਕਲੈਂਪਸ ਨੇ, ਗ੍ਰੀਸਿੰਗ ਨਿਪਲਸ ਨੇ, ਆਹ ਵਾਲੇ ਬੋਲਟਸ ਨੇ, ਇਹ ਅਸੀਂ ਹਾਈਲਾਈਟ ਕੀਤੇ ਨੇ। ਜਿੰਨੇ ਵੀ ਇੱਥੇ ਲੋਡਰਸ ਵਗੈਰਾ ਲੱਗਣ ਲਈ ਪੁਆਇੰਟਸ ਹੁੰਦੇ ਆ, ਇਹਦੇ 'ਚ ਚੂੜੀਆਂ ਹੁੰਦੀਆਂ, ਥਰੈਡਸ ਹੁੰਦੇ ਨੇ, ਇਹਨਾਂ ਨੂੰ ਅਸੀਂ ਐਂਡ ਪਲੱਗਸ ਲਾ ਕੇ ਸੀਲ ਕੀਤਾ ਜੀ, ਤਾਂ ਕਿ ਇਹਨਾਂ ਦੇ ਵਿੱਚ ਅਨਨੈਸੈਸਰੀ ਮਿੱਟੀ ਨਾ ਜਾਵੇ। ਦੂਜੀ ਸਾਈਡ ਤੋਂ ਇਸ ਟਰੈਕਟਰ ਦੇ ਵਿੱਚ ਆ ਵੀ ਨਹੀਂ ਸੀ ਆਉਂਦਾ ਹੁੰਦਾ, ਪਹਿਲੇ ਵਾਲੇ ਮਾਡਲਾਂ 'ਚ ਟੈਕੋ ਡਰਾਈਵ ਨਹੀਂ ਸੀ ਆਉਂਦਾ ਹੁੰਦਾ, ਇਹ 'ਚ ਟੈਕੋ ਡਰਾਈਵ ਲੱਗਿਆ ਹੋਇਆ, ਇਹਦਾ RPM ਮੀਟਰ ਚੱਲਦਾ ਆਪਣਾ, ਅਤੇ ਆਲਟਰਨੇਟਰ ਵੀ ਇਹਦਾ ਨਵਾਂ ਲੱਗਿਆ ਹੋਇਆ ਇਸ ਟਰੈਕਟਰ ਦਾ। ਹੁਣ ਅਸੀਂ ਤੁਹਾਨੂੰ ਥੋੜ੍ਹਾ ਜਿਹਾ ਇਸ ਟਰੈਕਟਰ ਬਾਰੇ ਦੱਸਾਂਗੇ ਕਿ ਇਹਦਾ ਕੋਸਟਿੰਗ ਕੀ ਆਈ ਹੈ ਜੀ। ਸੋ ਇਸ ਟਰੈਕਟਰ ਦਾ ਜਿਹੜਾ ਟੋਟਲ ਬਜਟ ਇਨਕਲੂਡਿੰਗ ਮਕੈਨੀਕਲ ਸੀਗਾ ਜੀ 3,66,344 ਰੁਪਏ ਸੀ ਜੀ। ਐਂਡ ਜਿੰਨਾ ਵੀ ਅਸੀਂ ਕੰਮ ਕਰਦੇ ਹਾਂ ਜੀ ਆਪਣੇ ਇੱਥੇ PB7 'ਤੇ, ਅਸੀਂ ਬਹੁਤ ਜ਼ਿਆਦਾ ਟਰਾਂਸਪੇਰੈਂਟ ਰੱਖਦੇ ਹਾਂ। ਹਰੇਕ ਚੀਜ਼ ਦਾ ਤੁਹਾਨੂੰ ਇੱਕ ਆਈਟਮਾਈਜ਼ਡ ਸਟੇਟਮੈਂਟ ਮਿਲੂਗੀ ਕਿ ਤੁਹਾਡੇ ਟਰੈਕਟਰ 'ਚ ਕਿਹੜੀ ਚੀਜ਼, ਕਿੰਨੇ ਪੀਸਿਸ, ਕਿੰਨੇ ਰੁਪਏ ਦਾ ਸਮਾਨ ਪਿਆ। ਅਸੀਂ ਪੂਰਾ ਹਰੇਕ ਚੀਜ਼ ਆਈਟਮਾਈਜ਼ਡ ਬਣਾ ਕੇ ਕਸਟਮਰਸ ਨੂੰ ਹੈਂਡਓਵਰ ਕਰਦੇ ਹਾਂ। ਬੇਸ਼ੱਕ ਕਸਟਮਰ ਸਮਾਨ ਲਿਆ ਦੇਣ, ਸਾਨੂੰ ਉਸ ਚੀਜ਼ 'ਚ ਕੋਈ ਦਿੱਕਤ ਨਹੀਂ ਹੁੰਦੀ। ਸਾਡਾ ਪੇਂਟ ਦਾ ਜਿਹੜਾ ਆਉਂਦਾ ਉਹ ਹੈਗਾ ਜੀ 85,000 ਰੁਪਏ ਲੈਣੇ ਅਸੀਂ ਪੇਂਟ ਦਾ। ਉਸ ਤੋਂ ਇਲਾਵਾ ਜਿੰਨਾ ਸਮਾਨ ਲੱਗਦਾ ਵੀ ਡੋਂਟ ਮਾਈਂਡ, ਜੇ ਓਨਰਸ ਆਪ ਲੈ ਕੇ ਆਉਣਾ ਚਾਹੁੰਦੇ ਨੇ, ਬਟ ਮੇਰੀ ਆਹੀ ਰਿਕੁਐਸਟ ਹੁੰਦੀ ਸਾਰਿਆਂ ਨੂੰ ਕਿ ਓਰੀਜਨਲ ਸਮਾਨ ਲੈ ਕੇ ਆਇਓ। ਅਤੇ ਆਈਟਮਾਈਜ਼ਡ ਜਿਹੜਾ ਬਿੱਲ ਆ, ਇਹਨੂੰ ਤੁਸੀਂ ਆਪਣੇ ਟਰੈਕਟਰ ਦੇ ਨਾਲ ਰੱਖ ਕੇ ਕੰਪੇਅਰ ਕਰ ਸਕਦੇ ਹਾਂ ਵੀ ਸਾਡੇ ਟਰੈਕਟਰ 'ਚ ਇਹਨਾਂ 'ਚੋਂ ਕਿਹੜਾ ਸਮਾਨ ਲੱਗਿਆ ਹੋਇਆ ਅਤੇ ਕਿੱਥੇ ਲੱਗਿਆ ਹੋਇਆ, ਉਹ ਤੁਹਾਨੂੰ ਸਭ ਦਿਖੂਗਾ ਜੀ ਸਾਹਮਣੇ ਲੱਗਿਆ ਹੋਇਆ। ਐਂਡ ਇਸ ਤੋਂ ਬਾਅਦ ਜਿਹੜਾ ਫਾਈਨਲ ਬਿੱਲ ਹੋਊਗਾ ਜੀ ਸਾਡਾ, ਉਹ 'ਤੇ 18% GST ਲੱਗ ਕੇ ਤੁਹਾਨੂੰ ਜਿਹੜਾ ਫਾਈਨਲ ਬਿੱਲ ਬਣੂਗਾ। ਸੋ ਇਹ ਦਿਸ ਇਜ਼ ਜਸਟ ਫॉर ਰੈਫਰੈਂਸ, ਤਾਂ ਕਿ ਜਿਹੜੀ ਅਸੀਂ ਟਰਾਂਸਪੇਰੈਂਸੀ ਜਿਹੜੀ ਮੇਨਟੇਨ ਰਵੇ, ਸਾਡੇ ਕੋਈ ਕਸਟਮਰਸ ਨੂੰ ਕਦੇ ਐਂ ਨਾ ਲੱਗੇ ਵੀ ਇਹ ਆਪਣੇ ਕੰਮ ਦੇ ਵਿੱਚ ਕੋਈ ਸਮਾਨ 'ਚ ਕੋਈ ਹੇਰਾਫੇਰੀ ਕਰ ਗਏ ਜਾਂ ਸਮਾਨ 'ਚ ਕੋਈ ਪੈਸੇ ਵੱਧ ਘੱਟ ਕਰ ਗਏ। ਸੋ ਵੀ ਆਰ ਵੈਰੀ ਪ੍ਰੋਫੈਸ਼ਨਲਸ, ਅਸੀਂ ਬਹੁਤ ਪ੍ਰੋਫੈਸ਼ਨਲ ਤਰੀਕੇ ਨਾਲ ਡੀਲ ਕਰਦੇ ਹਾਂ। ਬਾਕੀ 85,000 ਸਾਡਾ ਪੇਂਟ ਜੌਬ ਦਾ ਜੀ। ਉਸ ਤੋਂ ਇਲਾਵਾ ਤੁਸੀਂ ਇਟ ਇਜ਼ ਅਪ ਟੂ ਯੂ ਕਿ ਤੁਸੀਂ ਕਿੱਥੇ ਰੁਕਣਾ ਚਾਹੁੰਦੇ ਆ। ਦੇਰ ਇਜ਼ ਨੋ ਲਿਮਿਟ ਟੂ ਇਟ। ਤੁਸੀਂ ਭਾਵੇਂ 10 ਲੱਖ ਲਾ ਦਿਓ ਜੀ ਟਰੈਕਟਰ 'ਤੇ, ਉਹ ਸਾਰਾ ਤੁਹਾਡੇ ਹੱਥ 'ਚ ਹੈ, ਪਰ ਸਾਡੇ ਕੋਲੋਂ ਜਿਹੜਾ ਕੰਮ ਹੋਊਗਾ ਉਹ ਤੁਹਾਨੂੰ ਆਈਟਮਾਈਜ਼ਡ ਬ੍ਰੇਕਅਪ ਦੇ ਨਾਲ ਮਿਲੂਗਾ ਜੀ। ਸੋ ਇਹ ਆ ਗਿਆ ਜੀ ਤਕਰੀਬਨ ਇਹਦਾ ਜੋ ਖਰਚਾ ਆਇਆ ਜੀ, ਉਹ ਵੀ ਅਸੀਂ ਸਪੈਸੀਫਾਈ ਕਰਤਾ। ਵੀ ਹੈਵ ਰਿਵੀਲਡ ਦਾ ਡਿਟੇਲਸ ਆਲਸੋ ਵੀ ਖਰਚਾ ਕੀ ਆਇਆ। ਅਤੇ ਸਮਾਨ ਜਿਹੜਾ ਤੁਹਾਡੇ ਸਾਹਮਣੇ ਲੱਗਿਆ ਜੀ, ਓਨਰਸ ਕਦੇ ਵੀ ਕ੍ਰੋਸ ਚੈੱਕ ਕਰ ਸਕਦੇ, ਈਵਨ ਦਾ ਰੇਟਸ ਵਗੈਰਾ ਜੋ ਵੀ ਤੁਸੀਂ ਸਭ ਕੁਝ ਕਨਫਰਮ ਕਰਨਾ ਚਾਹੁੰਦੇ, ਕ੍ਰੋਸ ਚੈੱਕ ਕਰਨਾ ਚਾਹੁੰਦੇ, ਤੁਸੀਂ ਆਪਣਾ ਕਰ ਸਕਦੇ ਹੋ। ਹੁਣ ਅਸੀਂ ਤੁਹਾਨੂੰ ਟਾਈਮ ਫਰੇਮ ਦੱਸ ਦਿੰਦੇ ਹਾਂ ਜੀ ਕਿੰਨਾ ਲੱਗਦਾ ਸਾਨੂੰ ਤਕਰੀਬਨ 2.5 ਤੋਂ 3 ਮਹੀਨੇ ਲੱਗਦੇ ਆ ਜੀ, ਕਿਉਂਕਿ ਸਾਡੇ ਕੋਲ ਕਾਫੀ ਸਾਰੇ ਹੋਰ ਵੀ ਟਰੈਕਟਰਸ ਚੱਲ ਰਹੇ ਨੇ। ਸੋ ਇਸ ਕਰਕੇ ਕੰਪਲੀਟ ਕਰਦੇ ਸਾਨੂੰ 2.5 ਤੋਂ 3 ਮਹੀਨੇ ਦਾ ਇੱਕ ਟਰੈਕਟਰ ਲਈ ਟਾਈਮ ਚਾਹੀਦਾ ਅੱਜ ਦੀ ਡੇਟ 'ਚ। ਅਤੇ ਅਸੀਂ ਕੋਈ ਐਡਵਾਂਸ ਬੁਕਿੰਗਸ ਨਹੀਂ ਲੈਂਦੇ ਜੀ, ਕੋਈ ਅਸੀਂ ਪੈਸੇ ਨਹੀਂ ਐਡਵਾਂਸ ਲੈਂਦੇ। ਅਸੀਂ ਤੁਹਾਨੂੰ ਟਰੈਕਟਰ ਹੀ ਛੱਡਣਾ ਪਊਗਾ ਜੀ 2.5 ਤੋਂ 3 ਮਹੀਨੇ ਲਈ ਸਾਡੇ ਕੋਲ। ਅਤੇ ਅਸੀਂ ਜਿੰਨੀ ਜਲਦੀ ਹੋ ਸਕੇ ਵਿਲ ਟਰਾਈ ਕਿ ਅਸੀਂ ਟਰੈਕਟਰ ਡਿਲੀਵਰ ਕਰ ਦਈਏ, ਪਰ 2.5 ਜਾਂ 3 ਮਹੀਨੇ ਦਾ ਟਾਈਮ ਅਸੀਂ ਇਸ ਕਰਕੇ ਲੈ ਕੇ ਚੱਲਦੇ ਹੁੰਦੇ ਕਿ ਕੋਈ ਫਾਲਸ ਕਮਿਟਮੈਂਟਸ ਨਾ ਅਸੀਂ ਕਰੀਏ। ਜੋ ਕੰਮ ਅਸੀਂ ਨਹੀਂ ਕਰ ਸਕਦੇ ਉਹ ਸਾਨੂੰ ਨਹੀਂ ਕਹਿਣਾ ਚਾਹੀਦਾ।
ਅਗਰ ਅਸੀਂ 3 ਮਹੀਨੇ ਦਾ ਟਾਈਮ ਲੈਨੇ ਤਾਂ ਅਸੀਂ 100% 3 ਮਹੀਨੇ ਦੇ ਵਿੱਚ ਵੀ ਟਰੈਕਟਰ ਜਿਹੜਾ ਡਿਲੀਵਰ ਕਰਕੇ ਦੇਵਾਂਗੇ ਤੁਹਾਨੂੰ ਬਾਈ ਆਲ ਮੀਨਸ। ਤੇ ਹੋਰ ਵੀ ਕਾਫੀ ਸਾਰੇ ਪ੍ਰੋਜੈਕਟਸ ਚੱਲ ਰਹੇ ਨੇ, ਟਰੈਕਟਰਸ ਵੀ ਚੱਲ ਰਹੇ ਨੇ, ਕੁਝ ਰੇਅਰ ਕਾਰਸ ਵੀ ਚੱਲ ਰਹੀਆਂ ਨੇ। ਟਰੈਕਟਰਸ ਦੇ ਨਾਲ ਅਸੀਂ ਕਾਰਸ ਐਂਡ ਰੂਟੀਨ ਜੌਬਸ ਵੀ ਕਰਦੇ ਹਾਂ, ਜਿਵੇਂ ਅਸੀਂ ਰੂਟੀਨ ਟੱਚਅਪਸ ਵਗੈਰਾ ਟਰੈਕਟਰਸ ਦੇ ਵੀ ਐਂਡ ਕਾਰਸ ਦੇ ਵੀ। ਅਸੀਂ ਹਾਈ ਐਂਡ ਕਾਰਸ ਤੇ ਵੀ ਕੰਮ ਕਰਦੇ ਹਾਂ ਐਂਡ ਬਹੁਤ ਸੈਟਿਸਫੈਕਟਰੀ ਰਿਜ਼ਲਟਸ ਜਿਹੜੇ ਆ ਸਾਡੀ ਜੌਬਸ ਦੇ ਹੁੰਦੇ ਨੇ। ਸੋ ਵੀ ਗੋਟ ਵੈਰੀ ਹੈਪੀ ਕਸਟਮਰਸ। ਇਹ ਜਿਹੇ ਹੋਰ ਆਟੋਮੋਟਿਵ ਨਾਲ ਰਿਲੇਟਡ ਵੀਡੀਓਜ਼ ਵਗੈਰਾ ਦੇਖਣ ਲਈ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ। ਥੈਂਕ ਯੂ ਫॉर ਵਾਚਿੰਗ ਦ ਵੀਡੀਓ, ਟੇਕ ਕੇਅਰ। ਮੈਂ ਕਿਹਾ ਬਹੁਤ ਹੀ ਵਧੀਆ ਲੱਗ ਰਿਹਾ ਜੀ, ਤੇ ਸਾਨੂੰ ਬਹੁਤ ਮਾਣ ਮਹਿਸੂਸ ਹੋਇਆ ਜੀ। ਹਾਂਜੀ, ਟਰੈਕਟਰ ਤਿਆਰ ਕੀਤਾ ਸਾਡਾ ਬਹੁਤ ਹੀ ਭਾਈ ਉਹਨਾਂ ਨੇ ਦਿਲ ਲਾ ਕੇ ਤੇ ਲਗਨ ਦੇ ਨਾਲ ਇਸ ਚੀਜ਼ ਨੂੰ ਤਿਆਰ ਕੀਤਾ। ਠੀਕ ਹੈ ਜੀ। ਸਾਨੂੰ ਇਸ ਗੱਲ ਦੀ ਅੱਜ ਬਹੁਤ ਖੁਸ਼ੀ ਹੋਈ ਤੇ ਉਦੋਂ ਵੱਡੀ ਖੁਸ਼ੀ ਇਹ ਹੋਈ ਵੀ ਅਸੀਂ ਜਦੋਂ ਇੱਥੇ ਪਹੁੰਚੇ ਆ ਸਹੀ ਜਗ੍ਹਾ ਤੇ ਪਹੁੰਚੇ ਆ। ਬਿਲਕੁਲ ਜੀ, ਸਹੀ ਜਗ੍ਹਾ ਪਹੁੰਚੇ ਆ। ਹਾਂਜੀ ਹਾਂਜੀ।